ਕੀਰਤਨ ਸੁਣਿਆ ਕਰੀਏ, ਸੰਗਤ ਕਰਿਆ ਕਰੀਏ, ਪਰ ਉਹ ਰੁਝੇਵੇਂ ਇੰਨੇ ਜ਼ਿਆਦਾ ਹੁੰਦੇ ਨੇ ਵੀ ਉਹ ਆ ਨਹੀਂ ਸਕਦੇ, ਪਹੁੰਚ ਨਹੀਂ ਸਕਦੇ ਜੀ। ਪਰ ਭਾਈ ਕਰਮਚੰਦ ਦੀ ਦਿਨ ਰਾਤ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਯਾਦ ਕਰਦੇ ਹੈ। ਤੇ ਮਹਾਰਾਜ ਜੀ ਦਾ ਬਿਰਧ ਤੁਸੀਂ ਸੁਣਿਆ, ਜੇ ਕੋਈ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਸੱਚੇ ਮਨੋਂ ਯਾਦ ਕਰੇ ਜੀ, ਬਿਲਕੁਲ ਐ ਪ੍ਰੇਮ ਵਿੱਚ ਭਿੱਜ ਕੇ ਯਾਦ ਕਰੇ ਤੇ ਪਹੁੰਚ ਨਾ ਸਕੇ, ਤੇ ਗੁਰੂ ਹਰਗੋਬਿੰਦ ਸਾਹਿਬ ਆਪ ਹੀ ਉਹਦੇ ਕੋਲ ਪਹੁੰਚ ਜਾਂਦੇ ਨੇ ਜੀ। ਮਹਾਰਾਜ ਏਡੇ ਵੱਡੇ ਦਿਆਲੂ ਨੇ, ਕਿਰਪਾਲੂ ਨੇ, ਮੇਰਾਂ ਦੇ ਘਰ ਵਿੱਚ ਆਉਂਦੇ। ਭਾਈ ਕਰਮਚੰਦ ਜੀ ਦੀ ਇੱਕ ਹੋਰ ਵਿਸ਼ੇਸ਼ਤਾ ਹੈ ਜੀ, ਉਹ ਇਹ ਹੈ ਬਾਣੀ ਦੇ ਅਰਥਾਂ ਦੇ ਉਹ ਰਸੀਏ ਨੇ ਜੀ। ਆਪੋ ਆਪਣਾ ਰਸ ਹੁੰਦਾ ਹੈ ਜੀ। ਕਈ ਸਾਖੀਆਂ ਦੇ ਰਸੀਏ ਹੁੰਦੇ ਨੇ, ਕਈ ਬਾਣੀ ਦੇ ਅਰਥਾਂ ਦੇ ਰਸੀਏ ਹੁੰਦੇ ਨੇ, ਕਈ ਕੀਰਤਨ ਦੇ ਰਸੀਏ ਹੁੰਦੇ ਆ। ਕੀਰਤਨ ਵਿੱਚ ਕਈ ਰਾਗ ਦੇ ਰਸੀਏ ਹੁੰਦੇ ਨੇ ਜੀ। ਉਹ ਬਾਣੀ ਦੇ ਅਰਥਾਂ ਦੇ ਬੜੇ ਰਸੀਏ ਨੇ ਜੀ। ਸੱਚੇ ਪਾਤਸ਼ਾਹ ਮਹਾਰਾਜ ਪਹੁੰਚੇ। ਭਾਈ ਕਰਮਚੰਦ ਜੀ ਨੂੰ ਪਤਾ ਲੱਗਾ ਵੀ ਗੁਰੂ ਹਰਗੋਬਿੰਦ ਸਾਹਿਬ ਆਏ ਨੇ। ਜਿੱਥੇ ਭਾਈ ਕਰਮਚੰਦ ਜੀ ਖਲੋਤੇ ਸਨ, ਜਿਸ ਹਾਲਾਤ ਵਿੱਚ ਸਨ, ਉਸੇ ਹਾਲਾਤ ਵਿੱਚ ਹੀ ਤੁਰ ਪਏ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਜੀ। ਕੋਈ ਵਿਸ਼ੇਸ਼ ਤਿਆਰੀ ਨਹੀਂ ਕੀਤੀ ਜੀ, ਤਤਕਾਲ ਹੀ ਆ ਗਏ ਜੀ। ਜਦੋਂ ਤਤਕਾਲ ਆਏ ਹੈ, ਮਹਾਰਾਜ ਸੱਚੇ ਪਾਤਸ਼ਾਹ ਰੁੱਖਾਂ ਦੇ ਹੇਠਾਂ ਬੈਠੇ ਦਰਸ਼ਨ ਦੇ ਰਹੇ ਸੰਗਤ ਨੂੰ। ਕਰਮਚੰਦ ਜੀ ਆਏ ਹੈ, ਵੇਖੋ ਪਿਆਰ ਦੀਆਂ ਖੇਡਾਂ। ਸਤਿਗੁਰੂ ਜੀ ਹੈਬਜ਼ਾਬਾਦ ਪਿੰਡ ਵਿੱਚ ਆਏ ਹੀ ਉਚੇਚਾ ਕਰਮਚੰਦ ਜੀ ਕਰਕੇ ਹੈ। ਪਰ ਜਦੋਂ ਕਰਮਚੰਦ ਹੋਣੀ ਮਹਾਰਾਜ ਦੇ ਕੋਲ ਆਏ, ਸੱਚੇ ਪਾਤਸ਼ਾਹ ਕਹਿੰਦੇ ਭਾਈ ਤੁਸੀਂ ਕੌਣ ਹੋ? ਕਹਿਣ ਲੱਗੇ ਕਿੱਥੇ ਰਹਿੰਦੇ ਹੋ, ਸਾਡੇ ਕੋਲ ਕੀ ਕਰਨ ਆਏ ਹੋ? ਅੰਤਰਜਾਮੀ ਬਾਲਾ ਭੋਲਾ। ਭਾਈ ਕਰਮਚੰਦ ਜੀ ਨੇ ਨਾਮ ਨਹੀਂ ਲਿਆ ਆਪਣਾ। ਕਹਿੰਦੇ ਮਹਾਰਾਜ ਤੁਹਾਡਾ ਸਿੱਖ ਆ, ਮਹਾਰਾਜ ਇਸੇ ਪਿੰਡ 'ਚ ਰਹਿਣਾ, ਸੇਵਾ ਕਰਨੀ ਚਾਹੁੰਦਾ। ਖੰਡ, ਘਿਓ, ਦਾਲ, ਦਾਣਾ, ਪੱਠਾ ਜੋ ਵੀ ਸੀ ਨਾ ਜੀ, ਘਰ ਵਿੱਚ ਖੁੱਲ੍ਹਾ ਲੈ ਕੇ ਆਏ ਜੀ ਮਹਾਰਾਜ ਵਾਸਤੇ ਜੀ। ਲੰਗਰ ਤਿਆਰ ਹੋਇਆ ਜੀ, ਦਾਲ ਚੌਲ ਬਣੇ, ਪ੍ਰਸ਼ਾਦੇ ਬਣੇ। ਲਾਂਗਰੀ ਸਿੱਖ ਨੇ ਬੜੀ ਮਰਿਆਦਾ ਨਾਲ ਭੋਜਨ ਤਿਆਰ ਕਰਕੇ ਸਤਿਗੁਰੂ ਜੀ ਨੂੰ ਛਕਾਇਆ ਜੀ। ਜਦੋਂ ਮਹਾਰਾਜ ਨੇ ਭੋਜਨ ਪ੍ਰਸ਼ਾਦਾ ਛਕ ਲਿਆ ਨਾ ਜੀ, ਤੇ ਕਰਮਚੰਦ ਜੀ ਨੇ ਹੱਥ ਜੋੜ ਲਏ ਜੀ। ਕੱਲ੍ਹ ਵੀ ਬੇਨਤੀ ਕੀਤੀ ਸੀ, ਬੇਨਤੀ ਕਦੋਂ ਕਰਨੀ ਹੈ ਵੀ ਇੱਕ ਤਰੀਕਾ ਹੁੰਦਾ ਸੰਗਤ ਦੀ। ਹੱਥ ਜੋੜ ਲਏ, ਹੱਥ ਜੋੜ ਕੇ ਸੱਚੇ ਪਾਤਸ਼ਾਹ ਜੀ ਨੂੰ ਕਹਿਣ ਲੱਗੇ ਮਹਾਰਾਜ ਮੇਰਾ ਬੜਾ ਹੀ ਜੀ ਕਰਦਾ ਹੈ ਜਪਜੀ ਸਾਹਿਬ ਜੀ ਦੇ ਅਰਥ ਸੁਣਨ ਵਾਸਤੇ। ਬੜੇ ਸਿੱਖ ਸੁਣਾਉਂਦੇ ਨੇ ਅਰਥ, ਪਰ ਮਹਾਰਾਜ ਮੇਰਾ ਜੀ ਕਰਦਾ ਹੈ ਜਪਜੀ ਸਾਹਿਬ ਦੇ ਅਰਥ ਤੁਹਾਡੇ ਮੁਖੋਂ ਸੁਣਦੇ ਨੇ। ਮਹਾਰਾਜ ਅਰਥ ਤੁਹਾਡੇ ਮੁਖੋਂ ਸੁਣਦੇ ਹੈ। ਆਪੋ ਆਪਣਾ ਰਸ ਹੈ ਸੰਗਤ ਜੀ। ਗੁਰੂ ਸਾਹਿਬ ਉਹਦੀ ਗੱਲ ਸੁਣ ਕੇ ਬੜੇ ਖੁਸ਼ ਹੋਏ ਜੀ, ਵੀ ਇਹ ਸਿੱਖ ਨੇ ਬੜੀ ਵਧੀਆ ਗੱਲ ਕੀਤੀ ਹੈ। ਮਹਾਰਾਜ ਸਾਰੀਆਂ ਗੱਲਾਂ ਹੀ ਨੋਟ ਕਰਦੇ ਨੇ ਸੰਗਤ ਜੀ, ਸਾਰੀਆਂ ਗੱਲਾਂ ਸੱਚੇ ਪਾਤਸ਼ਾਹ ਨੋਟ ਕਰਦੇ ਆ, ਵੇਖਦੇ ਆ। ਮਹਾਰਾਜ ਬੜੇ ਪ੍ਰਸੰਨ ਹੋਏ ਤੇ ਕਰਮਚੰਦ ਜੀ ਨੂੰ ਬਚਨ ਕੀਤਾ। ਮਹਾਰਾਜ ਕਹਿੰਦੇ ਕਰਮਚੰਦ ਜਪਜੀ ਅਰਥ ਮਹਾਨ ਮਹਾਨਾ। ਜਪਜੀ ਸਾਹਿਬ ਦੇ ਜਿਹੜੇ ਅਰਥ ਨੇ ਨਾ, ਮਹਾਨ ਤੋਂ ਵੀ ਵੱਧ ਮਹਾਨ ਨੇ ਕਹਿਣ ਲੱਗੇ। ਤੇ ਮੈਂ ਮਹਾਂਪੁਰਖਾਂ ਕੋਲੋਂ ਸੁਣਿਆ, ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਚਨ ਕੀਤਾ ਕਰਮਚੰਦ ਜਪਜੀ ਸਾਹਿਬ ਦੇ ਅਰਥ ਤੇ ਗੁਰੂ ਨਾਨਕ ਦੇਵ ਜੀ ਕਰ ਸਕਦੇ, ਹੋਰ ਨਹੀਂ ਕੋਈ ਕਰ ਸਕਦਾ, ਅਸੀਂ ਵੀ ਨਹੀਂ ਕਰ ਸਕਦੇ। ਫਿਰ ਵੀ ਜੇ ਤੁਸੀਂ ਕਹਿੰਦੇ ਹੋ, ਤੇ ਮਹਾਰਾਜ ਕਹਿਣ ਲੱਗੇ ਜਪਜੀ ਸਾਹਿਬ ਦਾ ਸਰੂਪ ਜਾਣ ਲਓ ਵੀ ਜਪਜੀ ਸਾਹਿਬ 'ਚ ਹੈ ਕੀ ਹੈ ਜੀ। ਜਦੋਂ ਇਹ ਸਾਰੀ ਕਥਾ ਸੁਣਾਂਗੇ ਫਿਰ ਪਤਾ ਲੱਗੇਗਾ, ਤੇ ਜਪਜੀ ਸਾਹਿਬ ਦਾ ਪਾਠ ਕਰਦੇ ਹਾਂ ਫਿਰ ਆਨੰਦ ਵੀ ਵਧੇਗਾ, ਰਸ ਵੀ ਵਧੇਗਾ ਜੀ। ਮਹਾਰਾਜ ਕਹਿਣ ਲੱਗੇ ਵੇਦ ਨੇ ਨਾ, ਵੇਦ, ਵੇਦ ਸ਼ਬਦ ਦਾ ਅਰਥ ਕੀ ਹੈ? ਆਪਣੇ ਆਪੇ ਨੂੰ ਜਾਣਨਾ। ਵੇਦ ਸ਼ਬਦ ਦਾ ਅਰਥ ਹੈ ਆਪਣੇ ਆਪੇ ਨੂੰ ਜਾਣਨਾ।
ਇਸੇ ਹੀ ਤਰ੍ਹਾਂ ਜਪ ਸ਼ਬਦ ਦਾ ਅਰਥ ਵੀ ਆਪਣੇ ਆਪੇ ਨੂੰ ਜਾਣਨਾ ਹੈ ਜੀ। ਜਪ ਜਪ ਕੇ ਜਪ ਜਪ ਕੇ ਜਪ ਜਪ ਕੇ ਆਪਣੇ ਆਪੇ ਤੱਕ ਪਹੁੰਚਣਾ ਵੀ ਮੈਂ ਕੀ ਹੈ, ਕੀ ਹੈ। ਬੜੇ ਬੜੇ ਸਿੱਖਾਂ ਨੇ ਜਪਜੀ ਸਾਹਿਬ ਦੇ ਅਭਿਆਸ ਕੀਤੇ ਜੀ। ਬਾਬਾ ਜੀ ਬਾਬਾ ਮਹਾ ਹਰਨਾਮ ਸਿੰਘ ਜੀ ਮਹਾਂਪੁਰਖਾਂ ਦੇ ਜੀਵਨ ਦਾ ਬਚਨ ਮਹਾਂਪੁਰਖਾਂ ਨੇ ਆਪ ਇੱਕ ਸਿੱਖ ਨੂੰ ਸੁਣਾਇਆ ਸੀਗਾ ਜੀ। ਉਹ ਬਚਨ ਉਸ ਸਿੱਖ ਨੇ ਅੱਗੋਂ ਮਹਾਂਪੁਰਖਾਂ ਦੇ ਜੀਵਨ ਵਿੱਚ ਲਿਖਵਾਇਆ ਜੀ ਕਿ ਦਰਬਾਰ ਸਾਹਿਬ ਦੇ ਵਿੱਚ ਬੈਠ ਕੇ ਬਾਬਾ ਅਟਲ ਰਾਏ ਸਾਹਿਬ ਜੀ ਬੈਠ ਕੇ ਇਹਨਾਂ ਸਾਰੀਆਂ ਥਾਵਾਂ 'ਤੇ ਬੈਠ ਕੇ 7.25 ਲੱਖ ਜਪਜੀ ਸਾਹਿਬ ਦਾ ਪਾਠ ਬਾਬਾ ਜੀ ਨੇ ਕੀਤਾ ਸੀਗਾ ਜੀ। 7.25 ਲੱਖ ਜਪਜੀ ਸਾਹਿਬ ਦਾ ਪਾਠ ਜੀ। ਬੜਾ ਵੱਡਾ ਤੇਜ ਪ੍ਰਤਾਪ ਬਣਿਆ ਜੀ। ਫਿਰ ਬਾਬਾ ਆਨੰਦ ਸਿੰਘ ਜੀ ਵਰਗੇ ਉਹਨਾਂ ਦੇ ਸੇਵਕ ਹੋਏ ਨੇ ਜੀ। ਤੇ ਜਿਨ੍ਹਾਂ ਦੇ ਸੇਵਕ ਬਾਬਾ ਆਨੰਦ ਸਿੰਘ ਜੀ ਵਰਗੇ ਨੇ ਉਹ ਆਪ ਕਿੱਡੇ ਵੱਡੇ ਹੋਣਗੇ ਜੀ। 7.25 ਲੱਖ ਜਪਜੀ ਸਾਹਿਬ ਦਾ ਪਾਠ ਕਹਿੰਦੇ ਉਹਨਾਂ ਨੇ ਦਰਬਾਰ ਸਾਹਿਬ ਪਰਿਕਰਮਾ ਵਿੱਚ ਬੈਠ ਕੇ ਕੀਤਾ ਜੀ। ਕਿੰਨਾ ਅਭਿਆਸ ਕੀਤਾ ਬਾਣੀ ਦਾ ਜੀ। ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਮਸਤੂਆਣੇ ਵਾਲੇ, ਉਹਨਾਂ ਦੇ ਜੀਵਨ ਦੀ ਘਟਨਾ ਮਿਲਦੀ ਹੈ। ਉਹਨਾਂ ਦੇ ਜੀਵਨ 'ਚ ਦੀ ਪੋਥੀ ਪੜ੍ਹੋ। ਹਜ਼ੂਰ ਸਾਹਿਬ ਮਹਾਂਪੁਰਖ ਜਦੋਂ ਰਹਿੰਦੇ ਨਾ ਤੇ 100 ਪੱਥਰ ਗਿਣ ਕੇ ਰੱਖ ਲੈਣੇ ਨੇ। 100 ਪੱਥਰ ਧਿਆਨ ਨੀਵਾਂ ਰੱਖਣਾ। ਇੱਕ ਪਾਠ ਜਪਜੀ ਸਾਹਿਬ ਜੀ ਦਾ ਹੋ ਜਾਣਾ ਤੇ ਪੱਥਰ ਦਰਿਆ 'ਚ ਸੁੱਟ ਦੇਣਾ ਜੀ, ਗੋਦਾਵਰੀ 'ਚ ਜੀ। ਇਸ ਤਰੀਕੇ ਨਾਲ 100 ਪਾਠ ਕਰਕੇ ਗਰਦਨ ਤਾਂ ਕਰਦੇ ਸਨ ਜੀ। ਆਪਾਂ ਕਹਿੰਦੇ ਨਾ ਧੌਣ ਨੀਵੀਂ ਕਰਕੇ ਬੈਠਾ। 100 ਪਾਠ ਜਪਜੀ ਸਾਹਿਬ ਦਾ ਕਰਕੇ ਤੇ ਫਿਰ ਧੌਣ ਉੱਚੀ ਕਰਦੇ ਸੀਗੇ ਜੀ। ਤੇ ਹੋਇਆ ਕੀ ਜੀ, ਕਲਗੀਆਂ ਵਾਲੇ ਸੱਚੇ ਪਾਤਸ਼ਾਹ ਨੇ ਖੁਦ ਸਾਹਮਣੇ ਆ ਕੇ ਦਰਸ਼ਨ ਦਿੱਤੇ ਜੀ। ਫਿਰ ਬਖਸ਼ਿਸ਼ਾਂ ਵੀ ਫਿਰ ਵੱਡੀਆਂ ਨੇ ਜੀ ਜਿਨ੍ਹਾਂ ਨੇ ਅਭਿਆਸ ਕੀਤਾ ਜੀ। ਦਰਿਆ ਦੇ ਵਿੱਚ, ਗੋਦਾਵਰੀ ਦੇ ਵਿੱਚ ਉਹ ਜਗ੍ਹਾ ਬਣੀ ਹੈ, ਦਰਿਆ ਦੇ ਵਿੱਚ ਜਗ੍ਹਾ ਬਣੀ ਹੈ ਜਿੱਥੇ ਮਹਾਂਪੁਰਖਾਂ ਨੇ ਅਭਿਆਸ ਕੀਤਾ ਜੀ, ਭਜਨ ਕੀਤਾ ਜੀ। ਬੜੀਆਂ ਬੜੀਆਂ ਬਖਸ਼ਿਸ਼ਾਂ ਸ੍ਰੀ ਜਪਜੀ ਸਾਹਿਬ ਜੀ ਦੇ ਵਿੱਚੋਂ ਸਿੱਖਾਂ ਨੇ ਪ੍ਰਾਪਤ ਕੀਤੀਆਂ ਜੀ। ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸ਼੍ਰੋਮਣੀ ਬਾਣੀ, ਪਹਿਲੀ ਬਾਣੀ ਜਿਹੜੀ ਉਚਾਰਨ ਕੀਤੀ ਸਾਧ ਸੰਗਤ ਜੀ, ਉਹ ਸ੍ਰੀ ਜਪਜੀ ਸਾਹਿਬ ਜੀ ਦੀ ਉਚਾਰਨ ਕੀਤੀ। ਗੁਰੂ ਹਰਗੋਬਿੰਦ ਸਾਹਿਬ ਜੀ ਦੱਸ ਰਹੇ ਨੇ, ਮਹਾਰਾਜ ਜੀ ਨੇ ਕਰਮਚੰਦ ਜੀ ਨੂੰ ਦੱਸਿਆ, ਜਾਂ ਤੇ ਸੁਨਹੁ ਖਸ਼ਟ ਜੇ ਪੌੜੀ ਕੀਨ ਮੰਗਲਾ ਚਰਨ ਸੋ ਠੌਰੀ। ਪਹਿਲੀਆਂ 6 ਪੌੜੀਆਂ ਤੇ ਰੱਬ ਦਾ ਮੰਗਲਾ ਚਰਨ ਹੀ ਹੈਗਾ ਜੀ, ਪਰਮੇਸ਼ਰ ਦੀਆਂ ਸਿਫਤਾਂ ਨੇ ਜੀ। 7ਵੀਂ ਦੇ ਵਿੱਚ ਬੈਰਾਗ ਦੀ ਗੱਲ ਕੀਤੀ ਹੈ ਮਹਾਰਾਜ ਜੀ ਨੇ ਜੀ। ਕਾਰਨ ਬ੍ਰਹਮ ਗਿਆਨੀ ਦਾ ਪਹਿਲਾ ਲੱਛਣ ਹੀ ਬੈਰਾਗ ਹੈਗਾ ਜੀ। ਪਹਿਲੀਆਂ ਤੇ 6 ਪੌੜੀਆਂ ਰੱਬ ਦੀ ਸਿਫਤ ਹੀ ਹੈ ਨਾ ਜੀ। ਤੇ ਬ੍ਰਹਮ ਗਿਆਨੀ ਦਾ ਪਹਿਲਾ ਲੱਛਣ ਜਿਹੜਾ ਹੈ ਨਾ ਉਹ ਬੈਰਾਗ ਹੈ ਜੀ। ਪਰਮੇਸ਼ਰ ਦੀ ਸਿਫਤ ਤੋਂ ਬਾਅਦ ਬ੍ਰਹਮ ਗਿਆਨ ਦੀ ਪੜ੍ਹਾਈ ਪੜ੍ਹਾਉਣ ਵਾਲੀ ਜਪਜੀ ਸਾਹਿਬ ਜੀ ਦੀ ਬਾਣੀ ਹੈ। ਤੇ ਪਹਿਲੀ ਅਵਸਥਾ ਜਿਹੜੀ ਸ਼ੁਰੂ ਹੁੰਦੀ ਹੈ ਉਹ ਬੈਰਾਗ ਤੋਂ ਹੁੰਦੀ ਹੈ। ਬੜੀ ਲੰਬੀ ਕਥਾ ਹੈ, 15 ਪ੍ਰਸੰਗ ਆਉਂਦੇ ਆ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਵੇਦਾਂਤ ਦੇ ਸੰਗਤ ਜੀ। ਭਾਈ ਦਇਆ ਸਿੰਘ ਜੀ ਨੂੰ ਸਿੱਖ ਸਵਾਲ ਕਰਦੇ, ਸਿੰਘ ਵੀ ਕਰਦੇ, ਸਿੱਖ ਵੀ ਕਰਦੇ ਆ। ਜਵਾਬ ਦਿੰਦੇ ਪਿਆਰੇ ਦਇਆ ਸਿੰਘ ਜੀ, ਕਹਿੰਦੇ ਬ੍ਰਹਮ ਗਿਆਨੀ ਦਾ ਲੱਛਣ ਕੀ ਹੁੰਦਾ ਹੈ? ਤੇ ਪਿਆਰੇ ਦਇਆ ਸਿੰਘ ਜੀ ਕਹਿੰਦੇ ਬ੍ਰਹਮ ਗਿਆਨੀ ਦੇ ਅੰਦਰ ਸਭ ਤੋਂ ਪਹਿਲਾਂ ਬੈਰਾਗ ਹੁੰਦਾ ਹੈ, ਫਿਰ ਖੱਟ ਸਮਤੀ, ਵਿਵੇਕ, ਬੈਰਾਗ, ਵਿਵੇਕ, ਖੱਟ ਸਮਤੀ ਤੇ ਮੋਕਸ਼ ਇੱਛਾ। ਜਦੋਂ ਇਹ ਸਭ ਕੁਝ ਪੈਦਾ ਹੋਵੇ ਫਿਰ ਬ੍ਰਹਮ ਗਿਆਨੀ ਇੱਕ ਬਣਦਾ ਹੈ। ਜਪਜੀ ਸਾਹਿਬ 'ਚ ਸਾਰੀ ਗੱਲ ਹੀ ਗੁਰੂ ਨਾਨਕ ਸਾਹਿਬ ਜੀ ਨੇ ਕੀਤੀ ਹੈ ਜੀ, ਸਾਰੀ ਗੱਲ ਹੀ ਜੀ। ਅਵਸਥਾ ਦੀ ਜਿਹੜੀ ਗੱਲ ਸ਼ੁਰੂ ਕੀਤੀ ਉਹ ਬੈਰਾਗ ਤੋਂ ਸ਼ੁਰੂ ਕੀਤੀ ਜੀ। ਫਿਰ ਮਹਾਰਾਜ ਅੱਗੋਂ ਕਹਿੰਦੇ ਆ, ਮਹਾਰਾਜ ਕਹਿੰਦੇ ਕਰਮਚੰਦ ਧਿਆਨ ਨਾਲ ਸੁਣੀ। ਗੁਰੂ ਨਾਨਕ ਸਾਹਿਬ ਜੀ ਨੇ ਅੱਗੇ ਸੁਣਨ ਦਾ ਮਹਾਤਮ ਦੱਸਿਆ ਜੀ। ਪਰਮੇਸ਼ਰ ਦਾ ਨਾਮ ਧਿਆਨ ਨਾਲ ਬੰਦਾ ਸੁਣ ਲਵੇ, ਦੁੱਖ ਵੀ ਸੜ ਜਾਣਗੇ ਤੇ ਪਾਪ ਵੀ ਸੜ ਜਾਣਗੇ ਜੀ। ਤੁਸੀਂ ਕਥਾ ਸੁਣ ਰਹੇ ਹੋ, ਕੀਰਤਨ ਸੁਣਿਆ, ਨਾਨਕ ਭਗਤਾ ਸਦਾ ਵਿਗਾਸ ਸੁਣਿਆ,
ਬਿਲਕੁਲ ਨਾਸ ਹੀ ਹੋ ਜਾਏ। ਨਾਸ ਦਾ ਮਤਲਬ ਹੁੰਦਾ ਖਾਤਮਾ ਹੋ ਜਾਣਾ ਜੀ। ਕਿੱਡੀ ਵੱਡੀ ਸਿਫਤ ਹੈ ਜੀ। ਸੋ ਅੱਗੋਂ ਮਹਾਰਾਜ ਜੀ ਜੋ ਕਿਰਪਾ ਕਰਦੇ ਆ ਉਹ ਆਪਾਂ ਸਰਵਣ ਕਰੀਏ ਜੀ। ਸਭ ਸੰਗਤ ਗੱਜ ਕੇ ਆਖੋ ਜੀ ਸਤਿਨਾਮ। ਮਹਾਰਾਜ ਜੀ ਰੁੱਖਾਂ ਦੇ ਹੇਠਾਂ ਬੈਠੇ ਨੇ ਤੇ ਕਰਮਚੰਦ ਜੀ ਹੱਥ ਜੋੜ ਕੇ ਸੁਣ ਰਹੇ ਆ। ਗੁਰੂ ਹਰਗੋਬਿੰਦ ਸਾਹਿਬ ਜੀ ਜਪਜੀ ਸਾਹਿਬ ਜੀ ਦੀ ਕਥਾ ਕਰ ਰਹੇ ਆ। ਫਿਰ ਆਖੋ ਸਾਰੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਗੱਜ ਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ। ਸਭ ਸੰਗਤ ਆਖੋ ਜੀ ਸਤਿਨਾਮ ਵਾਹਿਗੁਰੂ ਸਾਹਿਬ ਜੀ। ਪੁਨ ਚਾਰਨ ਮਹਿ ਮੰਨਨ ਦਿਖਾਇਓ। 4 ਪੌੜੀਆਂ ਸੁਣਨ ਦੀਆਂ ਹਨ। ਫਿਰ ਗੁਰੂ ਹਰਗੋਬਿੰਦ ਸਾਹਿਬ ਜੀ ਕਹਿੰਦੇ ਅੱਗੇ 4 ਪੌੜੀਆਂ ਵਿੱਚ ਮੰਨਣ ਦੀ ਅਵਸਥਾ ਦਾ ਜ਼ਿਕਰ ਕੀਤਾ ਜੀ। ਜੇ ਕੋਈ ਮੰਨ ਲੈਂਦਾ ਤਾਂ ਉਹਦਾ ਕੀ ਮਹਾਤਮ ਹੈ ਜੀ। ਮਹਾਤਮ ਪਹਿਲਾਂ ਹੀ ਦੱਸ ਦਿੱਤਾ ਵੀ ਮਹਾਤਮ ਤੇ ਕਿਹਾ ਹੀ ਨਹੀਂ ਜਾ ਸਕਦਾ ਜੀ। ਮੰਨੇ ਕੀ ਗਤ ਕਹੀ ਨਾ ਜਾਏ, ਕਹੀ ਨਾ ਜਾਏ। ਕਿਤੇ ਇਸ ਪ੍ਰਸੰਗ ਦੀ ਕਥਾ ਚੱਲ ਰਹੀ ਸੀ ਤੇ ਮੰਨੇ ਦੀ ਪੌੜੀ ਦੀ ਵਿਆਖਿਆ ਚੱਲ ਰਹੀ ਸੀ। ਕਿਸੇ ਪ੍ਰੇਮੀ ਨੇ ਉਹ ਇੱਕ ਪੰਕਤੀ ਸੁਣੀ ਜੀ। ਉਹਦੇ ਮਨ ਨੂੰ ਪੰਕਤੀ ਲੱਗ ਗਈ। ਉਹ ਬੜਾ ਖੁਸ਼ ਹੋਇਆ ਜੀ। ਮੰਨੈ ਜਮ ਕੇ ਸਾਥ ਨਾ ਜਾਏ। ਇਹ ਸਭ ਮੰਨਣ ਦੀ ਮਹੱਤਤਾ। ਹਾਂਜੀ। ਬ੍ਰਹਮ ਗਿਆਨ ਕੋ ਹੇਤ ਜਾਣਿਓ। ਇਹ ਸਾਰਾ ਕੁਝ ਬ੍ਰਹਮ ਗਿਆਨ ਦੀ ਅਵਸਥਾ ਪੈਦਾ ਕਿਵੇਂ ਹੋਏਗੀ, ਇਹ ਗੁਰੂ ਨਾਨਕ ਸਾਹਿਬ ਜੀ ਨੇ ਸਾਰੀ ਗੱਲ ਮਹਾਰਾਜ ਕਹਿੰਦੇ, ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਕਰਮਚੰਦ ਲਿਖੀ ਹੈ। ਹਾਂਜੀ। ਪੰਚ ਪਰਵਾਨ ਵਿਖੈ ਨਿਦਿਆਸਨ। ਫਿਰ ਪੰਜ ਪਰਵਾਨ ਵਾਲੀ ਪੌੜੀ ਵਿੱਚ ਨਿਧਿਆਸਣ ਦੀ ਗੱਲ ਕੀਤੀ ਹੈ। ਨਿਧਿਆਸਣ ਕੀ ਹੁੰਦਾ? ਇੱਕ ਰਸ ਬਿਰਤੀ ਕਿਵੇਂ ਜੁੜਨੀ ਹੈ ਜੀ। ਤੇਲ ਧਰਤੀ ਤੇ ਚੋਈਏ, ਉਹ ਇੱਕ ਧਾਰਾ ਦੇ ਵਿੱਚ ਬਹਿ ਕੇ ਸੰਗਤ ਦੀ ਧਰਤੀ ਤੇ ਆਉਂਦਾ, ਡਿੱਗਦਾ। ਉਹ ਜਿਹੜੀ ਕਿਰਿਆ ਨਾ ਇੱਕ ਰਸ ਰਹਿਣ ਵਾਲੀ, ਉਹ ਨਿਧਿਆਸਣ ਹੈ ਜੀ। ਮਹਾਰਾਜ ਕਹਿਣ ਲੱਗੇ ਪੰਜ ਪਰਵਾਨ ਵਾਲੀ ਪੌੜੀ 'ਚ ਮਹਾਰਾਜ ਜੀ ਨੇ ਨਿਧਿਆਸਣ ਦੀ ਗੱਲ ਕੀਤੀ। ਇੱਕ ਰਸ ਵਾਹਿਗੁਰੂ ਨਾਲ ਕਿਵੇਂ ਜੁੜਿਆ ਜਾਏਗਾ। ਜਿਹੜੇ ਜੁੜ ਗਏ ਉਹ ਕੈਸੇ ਹੁੰਦੇ ਨੇ? ਜਿਹੜੇ ਜੁੜ ਜਾਂਦੇ ਉਹ ਪ੍ਰਵਾਨ ਹੋ ਜਾਂਦੇ ਜੀ। ਪੰਜ ਪ੍ਰਵਾਨ, ਪੰਜ ਪ੍ਰਧਾਨ, ਪੰਚੇ ਪਾਵਹਿ ਦਰਗਹਿ ਮਾਨ। ਹਾਂਜੀ। ਤੀਨੋਂ ਕਰਿਓ ਕਰੇ ਉਪਾਸਨ। ਹਾਂਜੀ। ਤੂੰ ਸਦਾ ਸਲਾਮਤ ਨਿਰੰਕਾਰ। ਫਿਰ ਇਹਦੇ ਵਿੱਚ ਤਿੰਨੋਂ ਉਪਾਸਨਾਵਾਂ ਦਾ ਜ਼ਿਕਰ ਆਇਆ ਜੀ। ਕਰਮ ਦਾ ਵੀ, ਗਿਆਨ ਦਾ ਵੀ ਤੇ ਸਾਧ ਸੰਗਤ ਜੀ ਵਿਵੇਕ ਦਾ ਵੀ ਜੀ। 3 ਉਪਾਸਨਾਵਾਂ ਦਾ ਆਇਆ ਜੀ ਜ਼ਿਕਰ। ਫਿਰ ਮਹਾਰਾਜ ਕਹਿੰਦੇ ਗੁਰੂ ਨਾਨਕ ਸਾਹਿਬ ਨੇ ਪੰਕਤੀ ਉਚਾਰੀ, ਤੂੰ ਸਦਾ ਸਲਾਮਤ ਨਿਰੰਕਾਰ। ਸ੍ਰੀ ਜਪਜੀ ਸਾਹਿਬ 'ਚ ਕਿੰਨੀ ਵਾਰੀ ਇਹ ਪੌੜੀ ਆਉਂਦੀ, ਪੰਕਤੀ ਆਉਂਦੀ ਭਲਾ? 4 ਵਾਰ ਆਉਂਦੀ ਹੈ ਜੀ। ਤੂੰ ਸਦਾ ਸਲਾਮਤ ਨਿਰੰਕਾਰ। ਹਾਂਜੀ। ਇਹ ਤੁਕ ਤਤਵ ਮਸ ਉਚਾਰ। ਹਜੂਰ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ 4 ਵੇਦ ਨੇ। ਗੁਰੂ ਨਾਨਕ ਸਾਹਿਬ ਜੀ ਨੇ 4 ਵੇਦਾਂ ਦਾ ਜਿਹੜਾ ਤਤ ਸਾਰ ਹੈ ਨਾ, ਉਹ ਇੱਕ ਪੰਕਤੀ ਵਿੱਚ ਉਚਾਰਨ ਕਰ ਦਿੱਤਾ ਜੀ। ਹੁਣ ਇਹ ਗੱਲਾਂ ਤੇ ਗੁਰੂ ਹਰਗੋਬਿੰਦ ਸਾਹਿਬ ਵੀ ਦੱਸ ਸਕਦੇ ਆ। ਗੱਜ ਕੇ ਆਖੋ ਵਾਹਿਗੁਰੂ। ਇਹ ਤਾਂ ਸੱਚੇ ਪਾਤਸ਼ਾਹ ਹੀ ਦੱਸ ਸਕਦੇ ਆ। 4 ਹੀ ਅੱਖਰ ਨੇ, ਤੂੰ ਸਦਾ ਸਲਾਮਤ ਨਿਰੰਕਾਰ। 4 ਵੇਦਾਂ ਦਾ ਤਤ ਸਾਰ ਜਿਹੜਾ ਹੈ ਇੱਕ ਪੰਕਤੀ ਵਿੱਚ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਉਚਾਰਨ ਕੀਤਾ ਹੈ। ਹਾਂਜੀ। ਮਹਾਵਾਕ ਇਹ ਸ਼ਰੁਤ ਮਹਿ ਚਾਰ। ਮਹਾਰਾਜ ਕਹਿਣ ਲੱਗੇ ਕਰਮਚੰਦ 4 ਵੇਦ ਨੇ, 4ਾਂ ਦਾ ਇੱਕ ਇੱਕ ਮਹਾਵਾਕ ਹੈ ਜੀ। ਇੱਕ ਇੱਕ ਮਹਾਵਾਕ ਹੈ। ਜਿਵੇਂ 4 ਸ਼ਬਦ ਹੋਣ ਤੇ ਇੱਕ ਰਹਾਉ ਵਾਲੀ ਪੰਕਤੀ ਹੁੰਦੀ ਹੈ। 4ਾਂ ਦਾ ਇੱਕ ਇੱਕ ਮਹਾਵਾਕ ਹੈ। ਉਹ 4 ਮਹਾਵਾਕ ਜਿਹੜੇ ਆ ਨਾ, ਉਹ ਗੁਰੂ ਨਾਨਕ ਸਾਹਿਬ ਜੀ ਨੇ ਇੱਕ ਪੰਕਤੀ 'ਚ ਲਿਖ ਦਿੱਤੇ ਜੀ। ਇੱਕ ਦਾ ਹੈ ਤੂੰ, ਇੱਕ ਦਾ ਹੈ ਸਦਾ, ਇੱਕ ਦਾ ਹੈ ਸਲਾਮਤ ਤੇ ਇੱਕ ਦਾ ਹੈ ਨਿਰੰਕਾਰ ਜੀ। ਹਾਂਜੀ।
ਤਿਮ ਤੁਕ ਕਹੀ ਚਾਰ ਕੀ ਬਾਰ। ਮਹਾਰਾਜ ਫਿਰ ਦੱਸ ਰਹੇ ਗੁਰੂ ਹਰਗੋਬਿੰਦ ਸਾਹਿਬ। ਮਹਾਰਾਜ ਕਹਿੰਦੇ ਜਦੋਂ ਇਹ ਪਾਠ ਕਰਦੇ ਹੋ ਨਾ ਜਪਜੀ ਸਾਹਿਬ ਦਾ 4 ਵਾਰ ਇਹ ਪੰਕਤੀ ਆਉਂਦੀ ਹੈ, ਤੂੰ ਸਦਾ ਸਲਾਮਤ ਨਿਰੰਕਾਰ। ਇੱਕ ਮਾਈ ਮਹਾਂਪੁਰਖਾਂ ਕੋ ਪੁੱਛੇ ਜੀ ਮੈਂ ਕੀ ਜਪਿਆ ਕਰਾਂ? ਕਹਿੰਦੇ ਤੂੰ ਇਹੋ ਹੀ ਜਪ ਲਿਆ ਕਰ, ਤੂੰ ਸਦਾ ਸਲਾਮਤ ਨਿਰੰਕਾਰ, ਤੇਰਾ ਇੰਨੇ 'ਚ ਹੀ ਭਲਾ ਹੋ ਜਾਏਗਾ। ਉਹ ਇੱਕੋ ਹੀ ਪੰਕਤੀ ਸਾਰੀ ਉਮਰ ਜਪਦੀ ਰਹੀ, ਤੂੰ ਸਦਾ ਸਲਾਮਤ ਨਿਰੰਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਇੱਕੋ ਹੀ ਪੜ੍ਹਦੀ ਰਹੀ ਜੀ। ਬਾਕੀ ਲੋਕ ਆਸ਼ੀਰਵਾਦ ਦਿੰਦੇ ਤੂੰ ਸਦਾ ਸਲਾਮਤ ਰਹੇ, ਪਰ ਸੰਗਤ ਜੀ ਕੋਈ ਸਦਾ ਸਲਾਮਤ ਰਹਿਣ ਵਾਲਾ ਤੇ ਰੱਬ ਹੀ ਹੈਗਾ ਜੀ ਇੱਥੇ। ਹਾਂਜੀ, ਸ਼ਕਤ ਸ਼ਾਂਤੀ ਪ੍ਰਥਮ ਉਚਾਰੀ। ਅਸੰਖਾਂ ਵਾਲੀਆਂ ਪੌੜੀਆਂ ਆਉਂਦੀਆਂ ਨੇ ਜੀ, 3 ਜੀ। ਜਦੋਂ ਪਿਆਰ ਵਾਲੇ ਜਪਜੀ ਸਾਹਿਬ ਦਾ ਪਾਠ ਕਰਦੇ ਉਹ ਸਾਰੀਆਂ ਗੱਲਾਂ ਨੋਟ ਕਰਦੇ ਆ, ਤੇ ਮੇਰੇ ਵਰਗਾ ਜਦੋਂ ਕਰਦਾ ਹੈ ਉਦੋਂ ਪਤਾ ਹੀ ਨਹੀਂ ਲੱਗਦਾ ਵੀ ਅਸੰਖਾਂ ਵਾਲੀਆਂ ਕਿੱਥੇ ਗਈਆਂ ਜੀ, ਪਤਾ ਹੀ ਨਹੀਂ ਲੱਗਦਾ ਜੀ। ਇੱਕ ਓੰਕਾਰ ਤੋਂ ਸ਼ੁਰੂ ਹੁੰਦਾ ਹੈ, ਕੇਤੀ ਛੁੱਟੀ ਨਾਲ ਤੋਂ ਪਤਾ ਲੱਗਦਾ ਵੀ ਭੋਗ ਪੈ ਗਿਆ ਹੈ। ਮਹਾਰਾਜ ਕਹਿਣ ਲੱਗੇ ਅਸੰਖਾਂ ਵਾਲੀਆਂ ਪੌੜੀਆਂ ਵਿੱਚ ਜਿਹੜੀ ਪਹਿਲੀ ਪੌੜੀ ਹੈ ਨਾ, ਅਸੰਖ ਜਪ ਅਸੰਖ ਭਾਵ, ਇਹ ਮਹਾਰਾਜ ਕਹਿੰਦੇ ਸ਼ਾਂਤ ਕੀ ਗੁਣ ਵਾਲੀ ਹੈ। ਹਾਂਜੀ, ਜੇ ਅਸੰਖ ਕੀ ਪਵਰ ਵਿਚਾਰੀ। ਹਾਂਜੀ, ਦੂਜੇ ਵਿਖੇ ਤਾਮਸੀ ਕਹੀ। ਦੂਜੇ ਵਿੱਚ ਤਮੋ ਗੁਣੀ ਵਾਲਿਆਂ ਦੀ ਗੱਲ ਆਉਂਦੀ ਹੈ ਜੀ। ਭਾਈ ਸਾਹਿਬ ਬੜੇ ਧਿਆਨ ਨਾਲ ਇਹ ਗੱਲਾਂ ਸੁਣ ਰਹੇ, ਕਿਉਂ ਉਹ ਰਸਕ ਨੇ ਨਾ ਬਾਣੀ ਦੇ, ਕਰਮਚੰਦ ਜੀ ਰਸਕ ਨੇ। ਤਮੋ ਗੁਣ ਵਾਲਿਆਂ ਦੀ ਗੱਲ ਆਉਂਦੀ, ਅਸੰਖ ਮੂਰਖ ਅੰਧ ਘੋਰ, ਇਹ ਸਭ ਤਮੋ ਗੁਣ ਵਾਲਿਆਂ ਦਾ ਜ਼ਿਕਰ ਹੈ। ਹਾਂਜੀ, ਤ੍ਰਿਤੀ ਵਿਖੈ ਦਵੈ ਸਿਮਰਤ ਲਹੀ। ਮਹਾਰਾਜ ਕਹਿਣ ਲੱਗੇ ਤੀਜੀ ਵਿੱਚ ਦੋਵਾਂ ਦਾ ਹੀ ਜ਼ਿਕਰ ਕੀਤਾ ਗੁਰੂ ਨਾਨਕ ਸਾਹਿਬ ਜੀ ਨੇ। ਹਾਂਜੀ, ਜੀਵ ਈਸ਼ ਇਕਤਾ ਦਿਖਰਾਈ। ਸੱਚ ਦਾ ਆਨੰਦ ਦੋਹਨ ਸਮ ਪਾਈ। ਤੇ ਫਿਰ ਸਹਿਜੇ 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 ਅਭਿਆਸ ਕਰਨ ਵਾਲਾ ਆਤਮਾ ਜਿਹੜੀ ਹੈ ਨਾ ਉਹ ਰੱਬ ਦਾ ਰੂਪ ਹੋਣ ਲੱਗ ਪੈਂਦੀ ਜਪਜੀ ਸਾਹਿਬ ਦਾ ਅਭਿਆਸ ਕਰਨ ਵਾਲੇ ਦੀ। ਹਾਂਜੀ, ਇਤਿਆਦਿਕ ਸਭ ਅਰਥ ਸੁਨਾਏ। ਬੜੇ ਖੁੱਲੇ ਤਰੀਕੇ ਨਾਲ ਮਹਾਰਾਜ ਨੇ ਅਰਥ ਦੱਸੇ। 5 ਖੰਡਾਂ ਬਾਰੇ ਵੀ ਦੱਸਿਆ, ਭਾਈ ਸੰਤੋਖ ਸਿੰਘ ਜੀ ਨੇ ਤੇ ਨੀਤ ਸਾਰਾ ਲਿਖਿਆ। ਮਹਾਰਾਜ ਨੇ ਸਾਰੀਆਂ ਗੱਲਾਂ ਦੱਸੀਆਂ ਵੀ 5 ਖੰਡ ਵੀ ਆਉਂਦੇ ਆ, ਉਹਦੇ ਵਿੱਚ ਸੱਚਖੰਡ ਵੀ ਆਉਂਦਾ ਹੈ। ਸਾਰੀ ਗੱਲ ਮਹਾਰਾਜ ਨੇ ਜਪਜੀ ਸਾਹਿਬ ਜੀ ਦੀ ਖੋਲ ਕੇ ਦੱਸੀ ਜੀ। ਹਾਂਜੀ, ਸੁਨ ਸਿੱਖ ਸਗਰੇ ਮਨ ਵਸਾਏ। ਤੇ ਲਓ ਫਿਰ ਸਿੱਖਾਂ ਨੇ ਮਹਾਰਾਜ ਜੀ ਦੇ ਮੁਖੋਂ ਸੁਣਿਆ ਤੇ ਸੁਣ ਕੇ ਆਪਣੇ ਮਨ 'ਚ ਵਸਾ ਲਏ ਜੀ ਅਰਥ। ਗੱਜ ਕੇ ਆਖੋ ਸ੍ਰੀ ਵਾਹਿਗੁਰੂ। ਉਹ ਸੁਣ ਕੇ ਤੇ ਚੇਤਾ ਰੱਖਣ ਵਾਲੇ ਤੇ ਵਿਰਲੇ ਹੀ ਹੁੰਦੇ ਆ ਜੀ, ਬਹੁਤੇ ਸੁਣ ਕੇ ਭੁੱਲ ਜਾਂਦੇ ਆ, ਫਿਰ ਸੁਣ ਕੇ ਚੇਤਾ ਰੱਖਣ ਵਾਲੇ ਵਿਰਲੇ ਹੁੰਦੇ ਆ। ਉਹਨਾਂ ਵਿੱਚੋਂ ਵੀ ਵਿਰਲੇ ਹੁੰਦੇ ਆ ਸੁਣ ਕੇ ਮਨ 'ਚ ਵਸਾਉਣ ਵਾਲੇ ਜੀ। ਮਹਾਰਾਜ ਜੀ ਦੇ ਕੋਲ ਤਤ ਬੇਤੇ ਸਿੱਖ ਰਹਿੰਦੇ ਗੁਰੂ ਹਰਗੋਬਿੰਦ ਸਾਹਿਬ ਜੀ ਕੋਲ ਜੀ। ਉਹਨਾਂ ਅਰਥ ਸੁਣੇ, ਅਰਥ ਸੁਣ ਕੇ ਮਨ 'ਚ ਵਸਾ ਲਏ ਜੀ। ਹਾਂਜੀ, ਜਪਜੀ ਅਰਥ ਅਹੈ ਅਤ ਗੂੜੇ। ਸ੍ਰੀ ਨਾਨਕ ਬਾਣੀ ਸਭ ਰੂੜੇ। ਤੇ ਸਿੱਖ ਆਪਸ ਵਿੱਚ ਫਿਰ ਬਚਨ ਬਲਾਸ ਕਰਦੇ ਗੁਰੂ ਜੀ ਦੇ ਮੁਖੋਂ ਜਪਜੀ ਸਾਹਿਬ ਬਾਰੇ ਸੁਣ ਕੇ। ਜਪਜੀ ਸਾਹਿਬ ਦੇ ਅਰਥ ਤੇ ਬੜੇ ਗੂੜੇ ਨੇ। ਮਹਾਰਾਜ ਜੀ ਦੀ ਬਾਣੀ ਜਿਹੜੀ ਹੈ ਬੜੀ ਸੋਹਣੀ ਬਾਣੀ ਹੈ ਜਪਜੀ ਸਾਹਿਬ, ਇਹਦੇ ਤੇ ਅਰਥ ਹੀ ਬੜੇ ਗੂੜੇ ਨੇ। ਜਪ ਦਾ ਹੀ ਅਰਥ ਹੈ ਆਪਣੇ ਆਪ ਨੂੰ ਜਾਣਨਾ ਜੀ, ਜਪ ਜਪ ਕੇ ਆਪਣੇ ਆਪ ਨੂੰ ਜਾਣਨਾ। ਹਾਂਜੀ, ਜਿਸ ਤੇ ਪਰੈ ਕਹਿਨ ਕੁਛ ਨਾਹੀ। ਕਹੈ ਪਰੈ ਸੋ ਜਾਣਹਿ ਨਾਹੀ। ਸਿੱਖ ਆਪਸ 'ਚ ਬਚਨ ਕਰਦੇ ਆ ਵੀ ਇਹਦੇ ਤੋਂ ਪਰੇ ਤੇ ਕੁਝ ਵੀ ਨਹੀਂ ਹੈਗਾ ਜੀ, ਕੁਝ ਜਾਣਿਆ ਹੀ ਨਹੀਂ ਜਾ ਸਕਦਾ, ਕੋਈ ਕਹਿ ਹੀ ਨਹੀਂ ਸਕਦਾ ਵੀ ਜਪਜੀ ਸਾਹਿਬ ਤੋਂ ਵੀ ਅੱਗੇ ਹੈਗਾ ਕੁਛ ਨਹੀਂ। ਹਾਂਜੀ, ਜੋਗ ਜਨਾਵਨ ਸਕਲ ਜਨਾਇਓ। ਫਿਰ ਜੋਗ ਮਤ ਦੀ ਕਮਾਈ ਕਿਵੇਂ ਕਰਨੀ ਹੈ, ਇਹ ਵੀ ਗੱਲ ਜਪਜੀ ਸਾਹਿਬ ਦੇ ਪਾਠ ਵਿੱਚ ਹੈਗੀ ਹੈ ਜੀ। ਜੋਗੀ ਮੁੰਦਰਾਂ ਪਾਉਂਦੇ ਆ, ਡੰਡਾ ਰੱਖਦੇ ਆ, ਖਿੰਥਾ ਵਿਛਾਉਂਦੇ ਆ, ਸਭ ਕੁਝ ਹੁੰਦਾ ਉਹਨਾਂ ਕੋਲ। ਤੇ ਇਹ ਵੀ ਗੱਲ ਮਹਾਰਾਜ ਨੇ ਜਪਜੀ ਸਾਹਿਬ ਦੇ ਵਿੱਚ ਕੀਤੀ ਹੈ ਜੀ। ਹਾਂਜੀ, ਸਭ ਸਿੱਖਣ ਕੋ ਪੰਥ ਬਤਾਇਓ। ਹਾਂਜੀ,
ਬਚਨ ਮਾਨ ਜਿਨ ਪਾਇਓ ਗਿਆਨ ਕੋਟ ਜਨਮ ਕੇ ਬੰਧਨ ਹਾਨ। ਤੇ ਸਾਰਿਆਂ ਨੇ ਜਦੋਂ ਅਰਥ ਸੁਣੇ ਮਹਾਰਾਜ ਜੀ ਦੇ ਮੁਖੋਂ ਤੇ ਗੁਰੂ ਸਾਹਿਬ ਜੀ ਨੇ ਬਚਨ ਕੀਤੇ, ਭਾਈ ਜਿਨ੍ਹੇ ਜਿਨ੍ਹੇ ਗੁਰੂ ਨਾਨਕ ਸਾਹਿਬ ਜੀ ਦੇ ਬਚਨ ਮੰਨ ਲਏ, ਇਸ ਬਾਣੀ ਨੂੰ ਪੜ੍ਹ ਕੇ ਆਪਣੇ ਮਨ ਵਿੱਚ ਵਸਾਇਆ, ਉਹਨੂੰ ਗਿਆਨ ਦੀ ਪ੍ਰਾਪਤੀ ਹੋਈ ਤੇ ਉਹਦੇ ਫਿਰ ਕਰੋੜਾਂ ਜਨਮਾਂ ਦੇ ਬੰਧਨ ਜਪਜੀ ਸਾਹਿਬ ਨੇ ਹੀ ਨਾਸ਼ ਕਰ ਦਿੱਤੇ ਜੀ। ਕਿੱਡੀ ਵੱਡੀ ਬਾਣੀ ਜੀ। ਇਹ ਬਚਨ ਹੁਣ ਗੁਰੂ ਹਰਗੋਬਿੰਦ ਸਾਹਿਬ ਹੀ ਕਰ ਸਕਦੇ ਆ ਜੀ। ਮਹਾਰਾਜ ਆਪ ਗੁਰੂ ਨਾਨਕ ਸਾਹਿਬ ਦਾ ਰੂਪ ਨੇ, ਇੱਕ ਮਿਕ ਨੇ, ਉਹੋ ਹੀ ਰੂਪ ਨੇ। ਮਹਾਰਾਜ ਕਹਿਣ ਲੱਗੇ ਜਪਜੀ ਸਾਹਿਬ ਦੀ ਬਾਣੀ ਵਿੱਚ ਇੰਨੀ ਤਾਕਤ ਹੈ, ਕਰੋੜਾਂ ਜਨਮਾਂ ਦੇ ਬੰਧਨ ਇਹ ਬਾਣੀ ਕੱਟ ਦਿੰਦੀ ਹੈ। ਹਾਂਜੀ, ਮੱਜਤ ਜਪਜੀ ਪੜ ਜੁਤ ਨੇਮ। ਹੁਣ ਮਹਾਰਾਜ ਉਪਦੇਸ਼ ਦੇ ਰਹੇ ਆ, ਆਖੋ ਸਾਰੇ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਮਹਾਰਾਜ ਕਹਿਣ ਲੱਗੇ ਭਾਈ ਮੱਜਤ ਜਪਜੀ ਪੜ ਜੁਤ ਨੇਮ, ਇਸ਼ਨਾਨ ਕਰਕੇ ਨੇਮ ਦੇ ਨਾਲ ਰੋਜ਼ ਜਪਜੀ ਸਾਹਿਬ ਜੀ ਦਾ ਪਾਠ ਕਰਨਾ। ਕਹਿਣ ਲੱਗੇ ਹਰ ਰੋਜ਼ ਕਰਨਾ ਹੈ। ਹਾਂ, ਸ੍ਰੀ ਨਾਨਕ ਧਰ ਧਿਆਨ ਸੋ ਪ੍ਰੇਮ। ਪਰ ਕਰਨਾ ਕਿਵੇਂ ਹੈ ਇਹ ਵੀ ਮਹਾਰਾਜ ਦੱਸਦੇ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਕਹਿਣ ਲੱਗੇ ਭਾਈ ਸਿੱਖੋ, ਇਸ਼ਨਾਨ ਕਰਕੇ ਨੇਮ ਦੇ ਨਾਲ ਜਦੋਂ ਜਪਜੀ ਸਾਹਿਬ ਦਾ ਪਾਠ ਕਰਨਾ ਤੇ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਧਿਆਨ ਧਾਰਨਾ, ਪਹਿਲਾਂ ਪੂਰੇ ਪ੍ਰੇਮ ਨਾਲ ਧਿਆਨ ਧਾਰਨਾ। ਭਾਈ ਗੋਪਾਲਾ ਜੀ ਨੇ ਜਦੋਂ ਮਹਾਰਾਜ ਨੂੰ ਪਾਠ ਸੁਣਾਇਆ ਤੇ ਪਹਿਲਾਂ ਗੁਰੂ ਨਾਨਕ ਸਾਹਿਬ ਜੀ ਦਾ ਧਿਆਨ ਧਾਰਿਆ ਜੀ, ਫਿਰ ਪਾਠ ਆਰੰਭ ਕੀਤਾ ਜੀ ਉਹਨਾਂ ਨੇ ਵੀ। ਹੁਣ ਇਹ ਗੁਰੂ ਸਾਹਿਬ ਦੱਸ ਰਹੇ ਵੀ ਆਰੰਭ ਕਿਵੇਂ ਕਰਨਾ। ਪਹਿਲਾਂ ਪ੍ਰੇਮ ਨਾਲ ਮਹਾਰਾਜ ਜੀ ਦਾ ਧਿਆਨ ਧਾਰਨਾ ਗੁਰੂ ਨਾਨਕ ਸਾਹਿਬ ਜੀ ਦਾ, ਫਿਰ ਜਪਜੀ ਸਾਹਿਬ ਜੀ ਦਾ ਪਾਠ ਕਰਨਾ ਤੇ ਕਰਨਾ ਨੇਮ ਨਾਲ ਹੈ, ਇਸ਼ਨਾਨ ਕਰਕੇ ਸੁਚਮਤਾ ਧਾਰਨ ਕਰਕੇ। ਤਿਨ ਕੋ ਗਹਿ ਨ ਜਮ ਦੁਖਦਾਈ। ਜਿਹੜਾ ਇਸ ਤਰੀਕੇ ਨਾਲ ਕਰੇਗਾ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਹਿੰਦੇ ਜਮ ਦੁਖਦਾਈ ਜਿਹੜੇ ਜਮ ਨੇ ਨਾ ਉਹਨੂੰ ਫੜ ਹੀ ਨਹੀਂ ਸਕਦੇ ਆ ਕੇ ਜੀ। ਹਾਂਜੀ, ਅੰਤ ਸਮੈ ਗੁਰ ਬਨੈ ਸਹਾਈ। ਤੇ ਅੰਤਮ ਸਮੇਂ ਗੁਰੂ ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਆਪ ਹੀ ਉਹਦੇ ਸਹਾਈ ਬਣਦੇ ਆ, ਆਪ ਉਹਦੀ ਰਾਖੀ ਕਰਦੇ ਆ, ਜਿਹੜਾ ਇਸ ਬਾਣੀ ਦਾ ਪਾਠ ਕਰਦਾ ਹੈ। ਹਾਂਜੀ, ਸ੍ਰੀ ਗੁਰੂ ਨਾਨਕ ਦੇਸ਼ ਵਿਦੇਸ਼। ਹਾਂਜੀ, ਫਿਰੇ ਉਦਾਰਤ ਜੀਵ ਵਿਸ਼ੇਸ਼। ਅੱਗੋਂ ਫਿਰ ਸਾਖੀ ਦੂਸਰੀ ਸ਼ੁਰੂ ਹੋ ਜਾਂਦੀ ਹੈ। ਮਹਾਰਾਜ ਨੇ ਬਚਨ ਕਰਨੇ ਆ, ਗੁਰੂ ਨਾਨਕ ਸਾਹਿਬ ਇੱਧਰ ਆਏ, ਸੰਗਤਾਂ ਨੇ ਸਿੱਖਾਂ ਨੇ ਕਹਿਣਾ ਮਹਾਰਾਜ ਸਾਨੂੰ ਲੈ ਕੇ ਚੱਲੋ। ਫਿਰ ਗੁਰੂ ਹਰਗੋਬਿੰਦ ਸਾਹਿਬ ਨੇ ਉੱਥੇ ਲੈ ਕੇ ਜਾਣਾ ਨਹੀਂ। ਤੇ ਗੱਲ ਕੀ, ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਸਭ ਦੁੱਖ ਕਲੇਸ਼ ਕੱਟੇ ਜਾਣਗੇ, ਜਮ ਨੇੜੇ ਵੀ ਨਹੀਂ ਆ ਸਕਦਾ। ਕਿਦੇ? ਜਿਹੜਾ ਰੋਜ਼ ਇਸ਼ਨਾਨ ਕਰਕੇ ਨੇਮ ਦੇ ਨਾਲ ਜਪਜੀ ਸਾਹਿਬ ਜੀ ਦਾ ਪਾਠ ਕਰਦਾ ਹੈ ਜੀ। ਨੇਮ ਨਾਲ ਅਰਥ ਯਾਦ ਕਰਨੇ ਤੇ ਬੜੀ ਵੱਡੀ ਗੱਲ ਹੈ ਨਾ ਜੀ। ਪਾਠ ਦੀ ਬੜੀ ਮਹਾਨਤਾ ਹੈਗੀ ਜੀ, ਪਾਠ ਦੀ ਬੜੀ ਮਹਾਨਤਾ ਹੈ। ਸੋ ਮਹਾਰਾਜ ਗਰੀਬ ਨਵਾਜ ਕਿਰਪਾ ਕਰਨ, ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸਾਡੇ ਸਾਰਿਆਂ ਤੇ ਮਿਹਰਾਂ ਵਰਤਾਉਣ, ਖੁਸ਼ੀਆਂ ਵਰਤਾਉਣ। ਅਸੀਂ ਬਾਣੀ ਪੜ੍ਹਿਆ ਕਰੀਏ, ਸੰਗਤ ਕਰਿਆ ਕਰੀਏ, ਐਸੇ ਆਨੰਦ ਸਦਾ ਹੀ ਬਣੇ ਰਹਿਣ। ਇਹ ਸਤਿਗੁਰੂ ਜੀ ਕਿਰਪਾ ਕਰਨ। ਹੁਣ ਸੰਗਤ ਜੀ ਬਾਬਾ ਜੀ ਨੇ ਸਾਨੂੰ ਸਾਰਿਆਂ ਨੂੰ ਮਹਾਰਾਜ ਜੀ ਦਾ ਜਸ ਸੁਣਾਉਣਾ ਹੈ। ਪਿਆਰ ਦੇ ਨਾਲ ਸਾਰੀ ਸੰਗਤ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ।